Hello students, in this video we are going to discuss expert system. Expert system is the topic of artificial intelligence. In this we provide the knowledge to a machine and machine respond like a human being. And if it is just like a human, it judge the statements, it judge the inputs, then it is called expert system. First of all, we discuss the definition of expert system. Expert system ਕੀ ਆ? ਜਿੰਨੀਆਂ ਵੀ ਕੰਪਲੈਕਸ ਪ੍ਰੋਬਲਮ ਹੈ ਉਹਨਾਂ ਨੂੰ ਸੋਲਵ ਕਰਨ ਵਾਸਤੇ ਇੱਕ ਪਰਟੀਕੂਲਰ ਡੋਮੇਨ ਜਦ ਦੇ ਕਿ ਜੋ ਆਪਣੇ ਕੋਲ ਪਈ ਇਨਫੋਰਮੇਸ਼ਨ ਹੈ, ਪਈ ਨੌਲੇਜ ਹੈ, ਉਸ ਦੇ ਬੇਸ ਦੇ ਉੱਤੇ ਐਕਸਟਰਾ ਆਰਡੀਨਰੀ ਜਦੋਂ ਰਿਐਕਟ ਕਰਦੀ ਹੈ ਮਸ਼ੀਨ, ਲਾਈਕ ਜਿੰਨੀ ਨੌਲੇਜ ਆਪਾਂ ਉਸ ਦੇ ਵਿੱਚ ਸਟੋਰ ਕੀਤੀ ਹੈ ਤੇ ਉਸ ਨੌਲੇਜ ਦੇ ਬੇਸਿਸ ਦੇ ਉੱਤੇ ਉਹ ਆਪਾਂ ਨੂੰ ਜੋ ਮਿਨੀਮਮ ਇਨਪੁਟਸ ਤੋਂ ਮੈਕਸਿਮਮ ਆਊਟਪੁੱਟ ਜਨਰੇਟ ਕਰਕੇ ਦਿੰਦੀ ਹੈ, ਤਾਂ ਉਹ ਹਿਊਮਨ ਦੀ ਤਰ੍ਹਾਂ ਇੰਟੈਲੀਜੈਂਟ ਹੋ ਜਾਂਦੀ ਹੈ। ਉਸੇ ਸਿਸਟਮ ਨੂੰ ਆਪਾਂ ਐਕਸਪਰਟ ਸਿਸਟਮ ਬੋਲਦੇ ਹਾਂ। ਐਕਸਪਰਟ ਸਿਸਟਮ ਲਾਈਕ ਆਪਾਂ ਮਿਨੀਮਮ ਇਨਪੁਟਸ ਦਿੱਤੇ ਆ, ਉਹ ਮਿਨੀਮਮ ਇਨਪੁਟਸ ਦੇ ਬੇਸ ਤੇ ਜਿਹੜੀ ਪ੍ਰੀਵੀਅਸ ਨੌਲੇਜ ਸਟੋਰ ਹੈ ਉਸ ਨੌਲੇਜ ਦੇ ਬੇਸ ਦੇ ਉੱਤੇ ਜਦੋਂ ਵੀ ਮਸ਼ੀਨ ਆਪਾਂ ਨੂੰ ਆਊਟਪੁੱਟ ਜਨਰੇਟ ਕਰਦੀ ਹੈ ਅਕੋਰਡਿੰਗ ਟੂ ਆਵਰ ਰਿਕੁਆਇਰਮੈਂਟ, ਦੈਨ ਆਪਾਂ ਬੋਲਾਂਗੇ ਇਟ ਇਜ਼ ਐਕਸਪਰਟ ਮਸ਼ੀਨ। ਐਕਸਪਰਟ ਸਿਸਟਮ ਦੇ ਕਰੈਕਟਰਿਸਟਿਕਸ ਕੀ ਹੁੰਦੀ, ਪਰਫਾਰਮੈਂਸ ਬਹੁਤ ਜ਼ਿਆਦਾ ਹਾਈ ਹੁੰਦੀ ਆ, ਈਜ਼ੀਲੀ ਅੰਡਰਸਟੈਂਡੇਬਲ ਹੁੰਦਾ ਹੈ, ਇਹਦੇ ਉੱਤੇ ਟਰਸਟ ਕੀਤਾ ਜਾ ਸਕਦਾ ਕਿ ਬਿਲਕੁਲ ਐਕੂਰੇਟ ਰਿਜ਼ਲਟਸ ਦੇਗਾ। ਹਾਈਲੀ ਰਿਸਪੌਂਸਿਵ ਹੁੰਦਾ ਹੈ ਕਿ ਆਪਣੇ ਕੋਲ ਰਿਸਪੌਂਸ ਬਹੁਤ ਵਧੀਆ ਦਿੰਦਾ ਹੈ, ਜਨਰੇਟ ਕਰਦਾ। ਸਮਟਾਈਮਸ ਆਪਾਂ ਗੂਗਲ ਤੇ ਜਦੋਂ ਸਰਚ ਕਰਦੇ ਹਾਂ ਤਾਂ ਆਪਾਂ ਪੂਰੀ ਸਟ੍ਰਿੰਗ ਲਿਖੀ ਨਹੀਂ ਹੁੰਦੀ, ਬਟ ਆਪਣੇ ਕੋਲ ਨੀਚੇ ਆਪਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਉਸ ਨਾਲ ਰਿਲੇਟਡ ਆਪਣੇ ਕੋਲ ਕੰਟੈਂਟ ਆਉਣੇ ਸ਼ੁਰੂ ਹੋ ਜਾਂਦੇ, ਜਿਹਨੂੰ ਗੂਗਲ ਸਰਚ ਇੰਜਨ ਇਜ਼ ਐਨ ਐਕਸਪਰਟ ਸਿਸਟਮ। ਐਕਸਪਰਟ ਸਿਸਟਮ ਦੇ ਕੰਪੋਨੈਂਟ ਕੀ ਹੁੰਦੇ, ਨੌਲੇਜ ਤੇ ਬੇਸਡ ਹੁੰਦਾ ਹੈ। ਉਸ ਨੌਲੇਜ ਦੇ ਬੇਸ ਦੇ ਉੱਤੇ ਇਹਦੇ ਇੱਕ ਇਨਫਰੈਂਸ ਇੰਜਨ ਲੱਗਿਆ ਹੁੰਦਾ। ਇਨਫਰੈਂਸ ਮਤਲਬ ਆਊਟਪੁੱਟ ਜਨਰੇਟ ਕਰਨੀ ਅਕੋਰਡਿੰਗ ਟੂ ਗਿਵਨ ਨੌਲੇਜ। ਫਿਰ ਇਹ ਯੂਜ਼ਰ ਦੇ ਨਾਲ ਇੰਟਰੈਕਟ ਕਰਦਾ, ਜਾਨੀ ਜੋ ਵੀ ਐਪਲੀਕੇਸ਼ਨ ਪ੍ਰੋਗਰਾਮ ਜਾਂ ਜੋ ਵੀ ਸਰਚ ਇੰਜਨ ਜਾਂ ਵੈਬ ਬਰਾਊਜ਼ਰ ਆਪਣੇ ਸਾਹਮਣੇ ਪਿਆ ਹੁੰਦਾ, ਦੈਟ ਇਜ਼ ਯੂਜ਼ਰ ਇੰਟਰਫੇਸ। ਇਹ ਆਪਣੇ ਤਿੰਨ ਐਕਸਪਰਟ ਸਿਸਟਮ ਦੇ ਕੰਪੋਨੈਂਟ ਹੈ ਜਿਨ੍ਹਾਂ ਨੂੰ ਮਿਲ ਕੇ ਇੱਕ ਆਪਣਾ ਸਿਸਟਮ ਤਿਆਰ ਹੁੰਦਾ ਹੈ। ਕੈਪੇਬਿਲਿਟੀ ਆਫ ਐਕਸਪਰਟ ਸਿਸਟਮ ਕੀ ਹੈ, ਇਹ ਕਿਸ ਕਿਸ ਕੰਮ ਵਾਸਤੇ ਕੈਪੇਬਲ ਹੁੰਦਾ? ਐਡਵਾਈਜ਼ਿੰਗ, ਆਪਾਂ ਨੂੰ ਚੰਗੀ ਰਾਏ ਦੇ ਸਕਦਾ ਐਕਸਪਰਟ ਸਿਸਟਮ ਅਗਰ ਉਹਦੇ ਕੋਲ ਸਫੀਸ਼ੀਐਂਟ ਨੌਲੇਜ ਹੈ, ਪਹਿਲਾਂ ਆਪਾਂ ਸਟੋਰ ਕਰਵਾਈ ਆ ਤੇ ਉਸ ਦੇ ਬੇਸ ਦੇ ਉੱਤੇ ਆਪਣੇ ਕੋਲੇ ਐਡਵਾਈਜ਼ਿੰਗ ਆਉਂਦੀ ਹੈ। ਲਾਈਕ ਜਦੋਂ ਆਪਾਂ ਚੈਸ ਦੀ ਗੇਮ ਖੇਲਦੇ ਹਾਂ, ਚੈਸ ਗੇਮ ਖੇਲਦੇ ਹਾਂ ਤਾਂ ਆਪਣੇ ਕੋਲੇ ਆਪਾਂ ਆਪਸ਼ਨ ਔਨ ਕਰ ਲੈਂਦੇ ਜਿਹਦੇ ਵਿੱਚ ਆਪਣੇ ਕੋਲੇ ਅੱਗੇ ਕਿੰਨੇ ਸਟੈਪਸ ਚੱਲੇ ਜਾ ਸਕਦੇ, ਉਹਨਾਂ ਸਾਰੇ ਸਟੈਪਸ ਦੀ ਫੁੱਲ ਇਨਫੋਰਮੇਸ਼ਨ ਆਪਾਂ ਨੂੰ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਕਿ ਪਰਟੀਕੂਲਰ ਜਿਹੜਾ ਹੈਗਾ ਆਪਣੀ ਗੇਮ ਦੇ ਵਿੱਚ ਐਨੇ ਸਟੈਪ ਜਿਹੜੇ ਹੈ ਮੂਵਮੈਂਟ ਹੋ ਸਕਦੀ ਹੈ ਤੇ ਪਰਟੀਕੂਲਰ ਮੂਵਮੈਂਟ ਤੋਂ ਅਗੇਂਸਟ ਕੀ ਰਿਜ਼ਲਟ ਆਊਟਪੁੱਟ ਹੋਏਗਾ, ਦੈਨ ਉਹ ਵੀ ਆਪਾਂ ਨੂੰ ਪਹਿਲਾਂ ਹੀ ਦੱਸਿਆ ਜਾਂਦਾ ਹੈ। ਦੈਟ ਇਜ਼ ਐਡਵਾਈਜ਼ਿੰਗ। ਆਪਾਂ ਨੂੰ ਕਿਸੇ ਵੀ ਇੱਕ ਐਗਜ਼ਾਮਪਲ ਆਪਾਂ ਚੈਸ ਦਾ ਲੈਤਾ ਹੈ, ਬਹੁਤ ਜ਼ਿਆਦਾ ਅਜੇ ਸੌਫਟਵੇਅਰਸ ਹੈਗੇ ਜਿਹੜੇ ਆਪਾਂ ਨੂੰ ਐਡਵਾਈਜ਼ ਕਰਦੇ ਆ ਕਿ ਫਰਦਰ ਕੀ ਕੀਤਾ ਜਾ ਸਕਦਾ ਹੈ, ਫਿਊਚਰ ਦੇ ਵਿੱਚ ਕੀ ਸਕੋਪ ਹੈ ਇਸ ਚੀਜ਼ ਦਾ। ਇੰਸਟਰਕਟਿੰਗ ਐਂਡ ਅਸਿਸਟਿੰਗ ਹਿਊਮਨ ਇਨ ਡਿਸੀਜ਼ਨ ਮੇਕਿੰਗ। ਸਮਟਾਈਮਸ ਆਪਾਂ ਕਨਫਿਊਜ਼ ਹੁੰਦੇ ਹਾਂ, ਕਨਫਿਊਜ਼ ਹੈ ਦੈਨ ਆਪਾਂ ਮਸ਼ੀਨ ਤੋਂ ਰਿਸਪੌਂਸ ਮੰਗਦੇ ਹਾਂ ਤਾਂ ਮਸ਼ੀਨ ਆਪਾਂ ਨੂੰ ਐਕੂਰੇਟ ਰਿਸਪੌਂਸ ਆਪਾਂ ਨੂੰ ਦਿੰਦੀ ਹੈ, ਆਪਣੀ ਇੰਸਟਰਕਟ ਕਰਦੀ ਹੈ ਆਪਾਂ ਨੂੰ ਅਸਿਸਟ ਕਰਦੀ ਹੈ ਕਿ ਪਰਟੀਕੂਲਰ ਮੂਵਮੈਂਟ ਦੇ ਉੱਤੇ ਆਪਾਂ ਨੂੰ ਕੀ ਡਿਸੀਜ਼ਨ ਲੈਣਾ ਚਾਹੀਦਾ ਹੈ। ਲਾਈਕ ਜਿਹੜੀ ਆਟੋ ਡਰਿਵਨ ਕਾਰਸ ਹੁੰਦੀਆਂ ਨੇ ਉਹਦੇ ਵਿੱਚ ਆਪਣੇ ਕੋਲੇ ਲੈਫਟ ਮੂਵ, ਰਾਈਟ ਮੂਵ, ਜਾਂ ਜਿੱਥੇ ਕੀ ਹੁੰਦਾ ਕਿ ਆਪਣੇ ਕੋਲੇ ਰੈੱਡ ਲਾਈਟ ਆ ਗਈ ਹੈ ਦੈਨ ਆਟੋ ਉਹਨਾਂ ਦਾ ਇੰਜਨ ਸਟਾਪ ਹੋ ਜਾਂਦਾ ਹੈ। ਯਾਨੀ ਜਿਹੜਾ ਹੈ ਇਹ ਆਟੋ ਡਰਿਵਨ ਕਾਰਸ ਨੇ, ਦੈਟ ਇਜ਼ ਐਕਸਪਰਟ ਸਿਸਟਮ, ਉਹ ਆਪਣੇ ਆਪ ਡਿਸੀਜ਼ਨ ਲੈਣੀ ਹੈ ਜਾਂ ਆਪਾਂ ਨੂੰ ਅਸਿਸਟ ਕਰਨੀ ਹੈ। ਲਾਈਕ ਆਪਣੇ ਕੋਲੇ ਹੈਗੀ ਹੈ ਗੂਗਲ ਮੈਪ ਹੈ, ਗੂਗਲ ਮੈਪ ਦੇ ਵਿੱਚ GPS ਹੈਗਾ ਜਿਹੜਾ ਨੈਵੀਗੇਸ਼ਨ ਸੌਫਟਵੇਅਰ ਆਪਾਂ ਯੂਜ਼ ਕਰਦੇ ਹਾਂ, ਨੈਵੀਗੇਸ਼ਨ ਦੇ ਵਿੱਚ ਆਪਾਂ ਨੂੰ ਉਹ ਅਸਿਸਟ ਕਰ ਰਿਹਾ ਹੁੰਦਾ ਕਿ ਤੁਹਾਡੀ ਪਰਟੀਕੂਲਰ ਕਾਰ ਇੱਥੇ ਤੱਕ ਮੂਵ ਹੋ ਚੁੱਕੀ ਹੈ, ਇਸ ਤੋਂ ਬਾਅਦ ਲੈਫਟ ਟਰਨ ਲੈਣਾ, ਰਾਈਟ ਟਰਨ ਲੈਣਾ, ਤਾਂ ਤੁਸੀਂ ਪਰਟੀਕੂਲਰ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਓਗੇ। ਡੈਮੋਨਸਟ੍ਰੇਟਿੰਗ, ਕਈ ਵਾਰ ਆਪਾਂ ਨੂੰ ਕੀ ਡੈਮੋ ਵੀ ਕਰਕੇ ਦਿਖਾਉਂਦੀ ਹੈ ਐਕਸਪਰਟ ਸਿਸਟਮ, ਆਪਾਂ ਨੂੰ ਡੈਮੋ ਕਰਕੇ ਦਿਖਾਉਂਦੀ ਹੈ ਕਿ ਲਾਈਕ ਕੋਈ ਆਪਾਂ ਇਹ ਜੀ ਵੀਡੀਓ ਗੇਮ ਖੇਲ ਰਹੇ ਹਾਂ ਤੇ ਜਿਹਦੇ ਵਿੱਚ ਆਪਾਂ ਅੱਗੇ ਮੂਵ ਰਨ ਕਰਨਾ ਹੈਗਾ ਤਾਂ ਅੱਗੇ ਬਲਾਸਟ ਹੋ ਜਾਏਗਾ, ਜਾਂ ਇੱਦਾਂ ਦੀ ਆਪਾਂ ਨੂੰ ਫਿਊਚਰ ਦੇ ਵਿੱਚ ਜੇ ਆਪਾਂ ਮੂਵਮੈਂਟ ਕਰਨੀ ਹੈ ਦੈਨ ਅਗਲੇ ਦਾ ਜਿਹੜਾ ਨੈਕਸਟ ਸਟੈਪ ਹੈ, ਯਾਨੀ ਨੈਕਸਟ ਜੋ ਡਾਇਗਰਾਮ ਆਪਾਂ ਨੂੰ ਪਹਿਲਾਂ ਸ਼ੋ ਹੋ ਜਾਂਦਾ ਹੈ, ਆਪਾਂ ਨੂੰ ਡੈਮੋਨਸਟ੍ਰੇਟ ਕਰਕੇ ਦੇ ਕਿ ਅਗਰ ਇਹ ਸਟੈਪ ਮੂਵ ਕੀਤਾ ਹੈਗਾ ਤਾਂ ਇਹਦੀ ਆਊਟਪੁੱਟ ਇੱਦਾਂ ਦੀ ਹੋਏਗੀ ਤੇ ਇਹ ਤੋਂ ਬਾਅਦ ਮਸ਼ੀਨ ਦਾ ਰਿਐਕਸ਼ਨ ਇਹ ਹੋਏਗਾ, ਦੈਨ ਆਪਾਂ ਨੂੰ ਕਈ ਵਾਰ ਡੈਮੋਨਸਟ੍ਰੇਟ ਕਰਕੇ ਵੀ ਐਕਸਪਰਟ ਸਿਸਟਮ ਦਿਖਾਉਂਦੀਆਂ ਸਮ ਮਸ਼ੀਨਸ। ਡਰਾਈਵਿੰਗ ਅ ਸੋਲਿਊਸ਼ਨ, ਕੋਈ ਆਪਾਂ ਨੂੰ ਸੋਲਿਊਸ਼ਨ ਪ੍ਰੋਵਾਈਡ ਕਰਦੀਆਂ ਹੈ ਜਦੋਂ ਆਪਾਂ ਐਕਸਪਰਟ ਸਿਸਟਮ ਡਿਜ਼ਾਈਨ ਕਰਦੇ ਹਾਂ। ਐਕਸਪਰਟ ਸਿਸਟਮ ਕਿਸੇ ਨਾ ਕਿਸੇ ਕੰਪਲੈਕਸ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਬਣਾਇਆ ਜਾਂਦਾ ਹੈ ਤੇ ਉਹ ਆਪਾਂ ਨੂੰ ਸੋਲਿਊਸ਼ਨ ਵੀ ਪ੍ਰੋਵਾਈਡ ਕਰਦਾ ਹੈਗਾ ਕਿ ਪਰਟੀਕੂਲਰ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਹੋ ਤਾਂ ਇਹਦੀ ਆਊਟਪੁੱਟ ਅਗਰ ਜਨਰੇਟ ਕਰਾਉਣੀ ਹੈ ਰਿਕੁਆਇਰਡ ਆਊਟਪੁੱਟ ਲਈ, ਇਹਦੇ ਕੋਲੇ ਆਹ ਵਾਲੇ ਸੋਲਿਊਸ਼ਨਸ ਹੈ। ਲਾਈਕ ਚੈਸ ਗੇਮ ਦਾ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ। ਡਾਇਗਨੋਸਿੰਗ, ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਮੈਡੀਕਲ ਸਾਇੰਸਿਸ ਦੇ ਵਿੱਚ ਜਿਹੜੇ ਐਕਸਪਰਟ ਸਿਸਟਮ ਹੈਗੇ ਆ ਉਹਨਾਂ ਦੇ ਨਾਲ ਜਿਹੜੀਆਂ ਹੈ ਡਿਜ਼ੀਜ਼ ਡਾਇਗਨੋਸ ਹੋ ਜਾਂਦੀਆਂ ਨੇ। ਡਿਜ਼ੀਜ਼ ਡਾਇਗਨੋਸ ਮਤਲਬ ਕਿ ਆਪ ਆਇਡੈਂਟੀਫਾਈ ਕੀਤਾ ਜਾ ਸਕਦਾ ਕਿ ਆਪਾਂ ਬਲੱਡ ਸੈਂਪਲ ਦਿੰਦੇ ਹਾਂ
ਤਾਂ ਹੁਣ ਕੀ ਆ ਕੰਪਿਊਟਰਾਈਜ਼ ਚੈਕਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਆ ਡਾਇਗਨੋਸ ਹੋ ਜਾਂਦੀ ਹੈ ਕਿ ਪਰਟੀਕੂਲਰ ਐਕਸ-ਰੇ ਹੁੰਦਾ ਹੈ, ਸਿਟੀ ਸਕੈਨ ਹੁੰਦਾ ਹੈ, ਉਹਨਾਂ ਦੇ ਵਿੱਚ ਆਪਾਂ ਪਰਟੀਕੂਲਰ ਜਿਹੜੀ ਹੈ ਡਿਜ਼ੀਜ਼ ਹੈ ਉਹ ਤੁਹਾਡੀ ਫਾਈਂਡ ਆਊਟ ਹੋ ਜਾਂਦੀ ਹੈ। ਐਕਸਪਰਟ ਸਿਸਟਮ ਹੀ ਕਰਦੇ ਹੈ। ਐਕਸਪਲੇਨਿੰਗ, ਹੁਣ ਜਦੋਂ ਐਕਸਪਰਟ ਸਿਸਟਮ ਹੈ ਪੁਰਾਣੇ ਦੇ ਵਿੱਚ ਜਦੋਂ ਆਪਾਂ ਐਕਸਰੇ ਵਗੈਰਾ ਕਰਦੇ ਸੀ ਤਾਂ ਐਕਸਰੇ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਹੈਂਡ ਰਿਟਨ ਹੁੰਦੀ ਸੀ। ਹੁਣ ਜਦੋਂ ਸਿਟੀ ਸਕੈਨ ਕਰਦੇ ਐਕਸਪਲੇਨਿੰਗ ਜਿਹੜੀ ਐਕਸਪਰਟ ਸਿਸਟਮ ਦੇ ਵਿੱਚ ਸਿਟੀ ਸਕੈਨ ਕੀਤਾ ਗਿਆ ਉਹਦੀ ਨਾਲ ਦੀ ਨਾਲ ਡਿਸਕ੍ਰਿਪਸ਼ਨ ਕੰਪਿਊਟਰ ਦੇ ਵਿੱਚ ਜਨਰੇਟ ਹੋ ਜਾਂਦੀ ਹੈ ਕਿ ਲਾਈਕ ਕਿਡਨੀ ਇੰਨੀ ਵਰਕੇਬਲ ਹੈ, ਇੰਨੀ ਡੈਮੇਜ ਹੋ ਚੁੱਕੀ ਹੈ, ਜੋ ਵੀ ਉਹਦੀ ਐਕਸਪਲੇਨੇਸ਼ਨ ਹੁੰਦੀ ਹੈ ਉਹ ਪੂਰੀ ਦੀ ਪੂਰੀ ਉੱਥੇ ਡਿਸਕ੍ਰਾਈਬ ਕੀਤੀ ਜਾਂਦੀ ਹੈ। इंटरप्रेटिंग इनपुट्स, इनपुट अगर करैक्ट नहीं है तो उन्होंने इंटरप्रेट करके करैक्ट कर देंदी है। लाइक गूगल सर्च इंजन के उत्ते आप लाने अपनी स्पैलिंग मिसटेक्स होंगे तो नीचे अपने को पर्टिकुलर स्ट्रिंग के बिल्कुल करैक्ट अपने को इनपुट जनरेट होए पे होंगे, आप उन्होंने सिलेक्ट करते हैं तो अपना सर्च इंजन से आप सर्चिंग परफॉर्म करते हैं। प्रिडिक्टिंग रिजल्ट्स, समटाइम्स हुण जिवें आपां चैस दी गेम ते अपने कोले रिजल्ट्स प्रिडिक्ट कीते होए सीगे कि अगर तुसीं इन्ने स्टैप मूव करोगे दैन तुसीं इन्ने टाइम दे विच इह तुहाडा हैगा फिनिश हो जाएगी गेम। अपने कोले प्रिडिक्शन पहला हो जाती है क्योंकि उहदे कोले इनफ नॉलेज पहला स्टोर की हुई है। उस नॉलेज के बेस के उत्ते एक ह्यूमन माइंड है वो थोड़ा जिहा सोच के टाइम लाता है, सैकेंड्स दे विच टाइम लगेगा, बट एक मशीन नैनो सैकेंड्स दे विच उसदे रिजल्ट प्रिडिक्ट करके अपने कोले सामने रख देगी। जस्टिफाइंग द कंक्लूजन, आपां एक कंक्लूजन ते पहुंच सकते हाँ कि आपां जो कंक्लूजन ते पहुंचेंगे आपां उहनूं जस्टिफाई कर सकते हैं कि वैदर इट इज़ ट्रू और फॉल्स या इहदे पिछे की रीजनस हैगे इस कंक्लूजन दे पिछे। सुजैसटिंग अल्टरनेटिव ऑप्शन ऑफ अ प्रॉब्लम, इको प्रॉब्लम के कई सारे सोल्यूशन आपां नूं मशीन प्रोवाइड करदी है एक्सपर्ट सिस्टम। जो कोई भी मशीन एक्सपर्ट मशीन बनाई जाती है तो उसकी कैपेबिलिटी है सारिया प्रॉब्लम्स नूं सॉल्व करदी है। वो इनकैपेबल की हुंदी है, सबस्टिट्यूटिंग ह्यूमन डिसीजन मेकर, ये की है एक जो की है कि ह्यूमन है, ह्यूमन की जिहड़ी हैगी है डिसीजन मेकिंग पावर है अकॉर्डिंग टू सिचुएशन चेंज हो जाती है, बट जिहड़ी मशीन है ओदी जिहड़ी है डिसीजन मेकिंग पावर है अकॉर्डिंग टू सिचुएशन चेंज नहीं हुंदी, अकॉर्डिंग टू नॉलेज चेंज होएगी, अकॉर्डिंग टू इनपुट चेंज होएगी। प्रोसैसिंग ह्यूमन कैपेबिलिटी, जो ह्यूमन दी कैपेबिलिटी उन्हें सारे प्रोसैस करना एक मशीन लिए पॉसिबल नहीं है क्योंकि ह्यूमन के रिएक्शन समटाइम्स कुछ एक्सट्रा नॉलेज या मैमरीज या रिकोगनाइजेशन सिस्टम है या जो आप सेंसिस ला लीए वो मशीन के विच पॉसिबल नहीं है सारियां। प्रोड्यूसिंग एक्यूरेट आउटपुट फॉर इनएडुकेट नॉलेज बेस, घट तो घट नॉलेज के बेस के उत्ते एक्यूरेट आउटपुट प्रोड्यूस करना मशीन के वस का नहीं है क्योंकि उन्हें कोले अगर एक्यूरेट एडुकेट इनफ नॉलेज है दैन उसके बेस से ही एक्यूरेट आउटपुट जनरेट कर सकती है। अगर नॉलेज बेस पूरा नहीं है तो वह आउटपुट है कि जेडे एक्यूरेट जनरेट नहीं करेगी। रिफाइनिंग देयर ओन नॉलेज, बारी बारी अपनी नॉलेज नूं रिफाइन करके देखेगी तो उस तो बैस्ट रिजल्ट्स आपां नूं प्रोड्यूस करेगी, बट हर टाइम उसकी जिहड़ी नॉलेज है वो सफिशिएंट नॉलेज नहीं हुंदी। आपां नूं टाइम टू टाइम उस नॉलेज नूं रिफाइन करना पैंदा है, मशीन खुद ये नहीं कर सकती, इनकैपेबल है अपनी नॉलेज नूं रिफाइन करन दे विच। सब नाल पहला कंटेंट जिहड़ा कंपोनेंट हैगा एक्सपर्ट सिस्टम दैट इज नॉलेज बेस। सब नालों पहला आपां डाटा स्टोर करना है, नॉलेज स्टोर करना है, उसे नॉलेज ने उस मशीन नूं इंटैलीजेंट बनाना है। तो आपां बिल्कुल हाई क्वालिटी नॉलेज पहला उस दे विच सैट करांगे कि क्यों हुण जिवें चैस की गेम दे विच क्या आपां डिस्कस पहला भी कर चुकी है कि चैस की गेम दे विच जिन्ने भी पॉसिबल जिहड़े स्टैप्स मूवमेंट हुंदियां वो सारियां आपां नूं पहला सिस्टम दे विच स्टोर करवाउणियां पैंदियां। इस करके जदों आपां चैस प्ले करदे आ मशीन दे नाल तां उन्हां सारे इनपुट्स तो बेस्ट इनपुट केड़ा वो सारी नॉलेज तो बेस्ट नॉलेज केड़ी है उस दे बेस दे उत्ते मशीन ने आपां नूं आउटपुट जनरेट करके देना हुंदा है। एक्सपर्ट सिस्टम दे विच जिन्नी आपां एक्यूरेट नॉलेज डिटेल नॉलेज उहदे विच स्टोर करवावांगे उसे ही बेस दे उत्ते अपने कोले सिस्टम इनफ्लुएंस आपां नूं प्रोवाइड करेगा, आउटपुट आपां नूं प्रोवाइड करेगा। नॉलेज हुंदी की है, नॉलेज कलैक्शन ऑफ फैक्ट्स हुंदी है, डाटा इनफॉर्मेशन या पास्ट एक्सपीरियंस के बेस से अपने कोले नॉलेज बनती है। उस नॉलेज नूं आपां ऑर्गेनाइज करना है डाटा बेस की फॉर्म दे विच ते उन्हां नूं स्टोर करवाना है ते आर्टिफिशियल इंटैलीजेंस दे विच इन्हां नूं फैक्ट कहा जाता है। जिहड़ी नॉलेज है दो तरह की हो सकती है, फैक्टुअल नॉलेज भी हो सकती है, हेरिस्टिक नॉलेज भी हो सकती है। फैक्टुअल नॉलेज की है कि पर्टिकुलर जिहड़ा टास्क है, टास्क की एक पर्टिकुलर डोमेन होंदी है कि परफेक्ट नॉलेज कि यह एक फैक्ट है, ये काम बिल्कुल एक्यूरेट है, जिहड़ी प्रूव की हुई नॉलेज है उन्होंने आपां फैक्टुअल नॉलेज बोलते हैं। हेरिस्टिक नॉलेज की है, कई बार आपां प्रैक्टिस करते हैं, एक्यूरेट जजमेंट लाने जां
सिर्फ गैस के बेस से कुछ रिजल्ट्स एवैल्यूएट होके आते अपने कोले उन्हां नूं आपां हेरिस्टिक नॉलेज बोलते हैं। हेरिस्टिक नॉलेज की प्रीवियस जो भी डाटा अपना स्टोर होया पिया सी उस दे बेस दे उत्ते गैस करके मशीन ने आपां नूं एक आउटपुट जनरेट करके देती। हुण वो आउटपुट तो आप समटाइम्स आपां सैटिस्फाई हाँ, समटाइम आपां सैटिस्फाई नहीं भी हुंदे, तां ओह की है एक सिर्फ गैस है। नॉलेज ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ, ਆਰਗੇਨਾਈਜ਼ ਕੀਤਾ ਜਾਂਦਾ ਹੈ ਡਾਟਾਬੇਸ ਦੇ ਵਿੱਚ, ਤੇ ਡਾਟਾਬੇਸ ਦੇ ਵਿੱਚ ਜਦੋਂ ਇਹ ਨੌਲੇਜ ਸਟੋਰ ਕੀਤੀ ਜਾਂਦੀ ਹੈ ਇਫ ਦੈਨ ਐਲਸ ਦੇ ਰੂਲ ਦੇ ਨਾਲ ਸਟੋਰ ਕੀਤੀ ਜਾਂਦੀ ਹੈ ਕਿ ਇਫ ਇਨਪੁਟ ਇਜ਼ ਦਿਸ then output this generate else output this generate, यानी according to our input if then else ਦੇ ਰੂਲ ਦੇ ਨਾਲ knowledge ਨੂੰ ਜਿਹੜਾ ਹੈ ਇੰਟਰਪ੍ਰੀਟ ਕੀਤਾ ਜਾਂਦਾ ਹੈ। knowledge acquisition ਕੀ ਹੈ? knowledge acquisition ਦੇ ਵਿੱਚ ਕੀ ਹੈਗਾ ਕਿ ਜਿਹੜੀ ਆਪਾਂ ਐਕਸਪਰਟ ਸਿਸਟਮ ਦੇ ਵਿੱਚ ਡਾਟਾ ਪਾਇਆ ਹੈ ਤਾਂ ਐਕਸਪਰਟ ਸਿਸਟਮ ਇਸ knowledge ਦੇ ਬੇਸ ਦੇ ਉੱਤੇ ਆਪਾਂ ਨਾ ਕੁਆਲਿਟੀ ਵਾਈਜ਼ ਕੰਪਲੀਟ ਤੇ ਐਕੂਰੇਟ ਇਨਫੋਰਮੇਸ਼ਨ ਆਪਾਂ ਇਸ ਡਾਟਾ ਵਿੱਚ ਸਟੋਰ ਕੀਤੀ ਹੈ ਤੇ ਇਸੇ ਬੇਸ ਦੇ ਉੱਤੇ ਜਿਹੜਾ ਸਿਸਟਮ ਹੈ ਉਹ ਵੀ ਬੈਸਟ ਰਿਜ਼ਲਟ ਪ੍ਰੋਡਿਊਸ ਕਰੇਗਾ, ਸਿਸਟਮ ਸਕਸੈਸ ਹੋਏਗਾ ਅਗਰ ਆਪਾਂ ਐਕੂਰੇਟ ਸਿਸਟਮ ਦੇ ਵਿੱਚ ਡਾਟਾ ਸਟੋਰ ਕਰਾਉਂਦੇ ਹਾਂ। नॉलेज बेस है जो फॉर्म किया जाता है, डिजाइन किया जाता है, तो बारी बारी नॉलेज इंजीनियर तो पढ़िया जाता है, उन्होंने बारी बारी वो रीड करते हैं जिन इन्ह जो ये लोग सॉफ्ट जो नॉलेज इंजीनियर होंगे जो ये टास्क परफॉर्म करते हैं उन्होंने पर्टिकुलर जो नॉलेज आप स्टोर की पर्टिकुलर सब्जैक्ट की फुल नॉलेज होनी चाहिए है, ਉਹਨਾਂ ਕੋਲੇ ਕੁਇਕ ਰਿਐਕਸ਼ਨ ਹੋਣੀ ਚਾਹੀਦੀ ਹੈ, ਜਿੰਨੇ ਵੀ ਉਹਦੇ ਪੋਸੀਬਲ ਕੇਸ ਬਣਦੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਐਨਾਲਾਈਜ਼ ਕੀਤਾ ਹੁੰਦਾ ਤਾਂ ਉਸ ਬੇਸ ਦੇ ਉੱਤੇ ਆਪਣੀ ਨੌਲੇਜ ਜਨਰੇਟ ਕਰਕੇ ਆਪਾਂ ਨੂੰ ਦਿੰਦੇ ਆ ਜੋ ਆਪਾਂ ਮਸ਼ੀਨ ਦੇ ਵਿੱਚ ਇਨਪੁਟ ਕਰਾਉਂਦੇ ਆ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਹੈਗੀ ਕਿ ਪਹਿਲਾ ਨੌਲੇਜ ਡਾਟਾਬੇਸ ਬਣਾਇਆ ਜਾਂਦਾ, ਫਿਰ ਇੰਜੀਨੀਅਰ ਉਸ ਡਾਟਾਬੇਸ ਨੂੰ ਬਾਰੀ-ਬਾਰੀ ਚੈੱਕ ਕਰਦੇ ਆ, ਫਿਰ ਉਸ ਤੋਂ ਬਾਅਦ ਜਿਹੜੇ ਹੈਗੇ ਐਕਸਪਰਟ ਸਿਸਟਮ ਇਫ ਦੈਨ ਐਲਸ ਦੇ ਰੂਲ ਦੇ ਨਾਲ ਇੱਕ ਮੀਨਿੰਗਫੁਲ ਵੇ ਦੇ ਨਾਲ ਉਹਨਾਂ ਨੂੰ ਆਰਗੇਨਾਈਜ਼ ਕੀਤਾ ਜਾਂਦਾ ਹੈ, ਕੈਟਾਗਰਾਈਜ਼ ਕੀਤਾ ਜਾਂਦਾ ਹੈ, ਫਿਰ ਮਸ਼ੀਨ ਆਊਟਪੁੱਟ ਜਨਰੇਟ ਕਰਕੇ ਆਪਾਂ ਨੂੰ ਦਿੰਦੀ ਹੈ। ਜਿਹੜੀ ਦੂਸਰੀ ਹੈਗੀ ਪਾਰਟ ਜਿਹੜਾ ਐਕਸਪਰਟ ਸਿਸਟਮ ਦਾ ਦੈਟ ਕੰਪੋਨੈਂਟ ਇਜ਼ ਇਨਫਰੈਂਸ ਇੰਜਨ। ਇਨਫਰੈਂਸ ਇੰਜਨ ਕੀ ਹੈ ਕਿ ਜਦੋਂ ਆਪਾਂ ਮਸ਼ੀਨ ਦੇ ਵਿੱਚ ਡਾਟਾ ਸਟੋਰ ਕਰ ਦਿੱਤਾ ਤੇ ਉਸ ਡਾਟਾ ਦੇ ਵਿੱਚ ਨੈਕਸਟ ਆਪਾਂ ਕਿਊਰੀ ਯੂਜ਼ਰ ਨੇ ਪਰਫਾਰਮ ਕੀਤੀ ਹੈ ਤਾਂ ਕਿਊਰੀ ਦੇ ਵਿੱਚੋਂ ਜਿਹੜੀ ਕਰੈਕਟ ਇਨਫੋਰਮੇਸ਼ਨ ਹੈ ਉਸ ਨੂੰ ਡਿਟੈਕਟ ਕਰਕੇ ਉਸ ਨੌਲੇਜ ਬੇਸ ਦੇ ਵਿੱਚੋਂ ਆਪਾਂ ਨੂੰ ਪ੍ਰੋਵਾਈਡ ਕਰਨਾ, ਇੱਕ ਫਲੋਲੈਸ ਸੋਲੂਸ਼ਨ ਆਪਾਂ ਨੂੰ ਪ੍ਰੋਵਾਈਡ ਕਰਨਾ, ਉਸ ਨੂੰ ਆਪਾਂ ਬੋਲਦੇ ਹਾਂ ਇਨਫਰੈਂਸ ਇੰਜਨ। ਤੇ ਕੌਣ ਪ੍ਰੋਵਾਈਡ ਕਰੂਗਾ? ਇੱਕ ਆਪਣੇ ਕੋਲੇ ਸੌਫਟਵੇਅਰ ਹੈ ਇਨਫਰੈਂਸ ਇੰਜਨ ਜਿਹੜਾ ਐਕਸਪਰਟ ਸਿਸਟਮ ਦੇ ਨੌਲੇਜ ਬੇਸ ਦੇ ਉੱਤੇ ਡਾਟਾ ਨੂੰ ਮੈਨੀਪੂਲੇਟ ਕਰਕੇ ਆਪਾਂ ਨੂੰ ਪਰਟੀਕੂਲਰ ਸੋਲੂਸ਼ਨ ਪ੍ਰੋਵਾਈਡ ਕਰਦਾ ਹੈ। ਯਾਨੀ ਇਨਫਰੈਂਸ ਇੰਜਨ ਦਾ ਕੰਮ ਕੀ ਹੈ ਕਿ ਪਰਟੀਕੂਲਰ ਜੋ ਵੀ ਨੌਲੇਜ ਸਟੋਰ ਹੋਈ ਹੈ ਜਦੋਂ ਕੋਈ ਕਿਊਰੀ ਆਉਂਦੀ ਹੈ ਉਸ ਕਿਊਰੀ ਨੂੰ ਅੰਦਰ ਜੋ ਨੌਲੇਜ ਸਟੋਰ ਹੈ ਉਸ ਨੌਲੇਜ ਦੇ ਨਾਲ ਕੰਪੇਅਰ ਕਰਕੇ ਬੈਸਟ ਜਿਹੜਾ ਸੋਲੂਸ਼ਨ ਹੈ ਪਰਫਾਰਮ ਕਰਕੇ ਯੂਜ਼ਰ ਨੂੰ ਪ੍ਰੋਵਾਈਡ ਕਰਨਾ, that is the main function of inference engine। ਇਨਫਰੈਂਸ ਇੰਜਨ ਹੈਗਾ ਨੌਲੇਜ ਬੇਸ ਤੇ ਇਨਫਰੈਂਸ ਇੰਜਨ ਹੈ ਰੂਲ ਬੇਸ। ਨੌਲੇਜ ਬੇਸ ਜੋ ਨੌਲੇਜ ਪਈ ਉਹਦੇ ਵਿੱਚ ਪਰਟੀਕੂਲਰ ਸੋਲੂਸ਼ਨ ਪ੍ਰੋਵਾਈਡ ਕਰਨਾ, ਤੇ ਰੂਲ ਬੇਸ ਕੀ ਹੈ ਕਿ ਸਮ ਟਾਈਮਸ ਜਿਹੜੇ ਫੈਕਟ ਪਏ ਹੁੰਦੇ ਉਹਨਾਂ ਦੇ ਉੱਤੇ ਕੋਈ ਰੂਲ ਲੱਗਦੇ ਹੈ, ਲਾਈਕ ਆਪਾਂ ਡਿਫਰੈਂਟ ਐਡੀਸ਼ਨ ਲਾਉਂਦੇ ਆ ਜਾਂ ਐਂਡ ਗੇਟ ਲਾਉਣੇ ਆ, ਔਰ ਗੇਟ ਲਾਉਣੇ ਆ, ਨਗੇਸ਼ਨਸ ਲਾਉਣੇ ਆ, ਯਾਨੀ ਪ੍ਰੀਡਿਕੇਟ ਲੌਜਿਕ ਦੇ ਵਿੱਚ ਜੋ ਕੁਝ ਵੀ ਲੱਗਿਆ ਹੁੰਦਾ ਦੈਟ ਇਜ਼ ਆਰ ਰੂਲਸ। ਤੇ ਉਹਨਾਂ ਰੂਲਸ ਦੇ ਨਾਲ ਜਿਹੜੀ ਨਵੀਂ ਇਨਫੋਰਮੇਸ਼ਨ ਜਨਰੇਟ ਹੁੰਦੀ ਹੈ ਉਹਦੇ ਨਾਲੋਂ ਆਪਾਂ ਨੂੰ ਰਿਜ਼ਲਟ ਹੈ ਜਿਹੜੇ ਸੋਲਵ ਕਰਕੇ ਉਹ ਦਿੰਦਾ ਹੈ। ਦੋ ਤਰ੍ਹਾਂ ਦੇ ਇਨਫਰੈਂਸ ਇੰਜਨ ਦੀ ਸਟ੍ਰੈਟੇਜੀ ਹੁੰਦੀ ਹੈ, ਫਾਰਵਰਡ ਚੇਨਿੰਗ ਐਂਡ ਬੈਕਵਰਡ ਚੇਨਿੰਗ। ਪਹਿਲੀ ਹੈ ਫਾਰਵਰਡ ਚੇਨਿੰਗ। ਫਾਰਵਰਡ ਚੇਨਿੰਗ ਦੇ ਵਿੱਚ ਆਪਾਂ ਚੈੱਕ ਕਰਦੇ ਹਾਂ ਕਿ ਐਕਸਪਰਟ ਸਿਸਟਮ ਦੇ ਵਿੱਚ ਨੈਕਸਟ ਸਟੈਪ ਕੀ ਹੈ, ਨੈਕਸਟ ਸਟੈਪ ਕਿ ਅੱਗੇ ਕੀ ਰਿਜ਼ਲਟਸ ਆਉਣਗੇ, ਅਗਲੇ ਆਊਟਪੁੱਟ ਕੀ ਹੋਣਗੇ। ਇਹਦੇ ਵਿੱਚ ਕੀ ਹੈਗਾ, ਇੱਕ ਚੇਨ ਹੋਏਗੀ, ਕੰਡੀਸ਼ਨਸ ਹੈ ਜਾਂ ਡੈਰੀਵੇਸ਼ਨਸ ਹੈ, ਤੇ ਇਹਨਾਂ ਦੇ ਵਿੱਚੋਂ ਜੋ ਵੀ ਨੌਲੇਜ ਆਪਣੇ ਕੋਲੇ ਸਟੋਰ ਸੀ ਇਹਨਾਂ ਕੰਡੀਸ਼ਨਸ ਨੂੰ ਅਪਲਾਈ ਕਰਕੇ ਜੋ ਰੂਲਸ ਹੈ ਉਹਨਾਂ ਨੂੰ ਅਪਲਾਈ ਕਰਕੇ ਜਿਹੜਾ ਬੈਸਟ ਸੋਲੂਸ਼ਨ ਹੈ ਉਹਨੂੰ ਫਾਈਂਡ ਆਊਟ ਕਰਨਾ ਪ੍ਰੀਵੀਅਸ ਨੌਲੇਜ ਦੇ ਵਿੱਚੋਂ ਅੱਗੇ ਆਪਣੇ ਕੋਲੇ ਜਿਹੜੇ ਰਿਜ਼ਲਟਸ ਆਉਣੇ, ਦੈਟ ਇਜ਼ ਆਵਰ ਫਾਰਵਰਡ ਚੇਨਿੰਗ। ਬੈਕਵਰਡ ਚੇਨਿੰਗ ਦੇ ਵਿੱਚ ਆਪਾਂ ਸੋਲੂਸ਼ਨ ਲੱਭਦੇ ਹਾਂ ਕਿ ਜਿਹੜਾ ਆਊਟਪੁੱਟ ਜਨਰੇਟ ਹੋਇਆ ਹੈ, ਸਿਸਟਮ ਨੇ ਆਊਟਪੁੱਟ ਜਨਰੇਟ ਕੀਤਾ ਹੈ,
क्यों यह आउटपुट जनरेट किया, कोई होर आउटपुट क्यों नहीं जनरेट किया। दैट इज आवर बैकवर्ड चेनिंग। जैन आप रिजल्ट तो बाद प्रीवियस जी है नॉलेज के उत्ते जानते हैं, फिर आप चैक करते हैं कि प्रीवियस ये वाली नॉलेज पईयां सी, तो आपको आ रिजल्ट प्रोड्यूस होया, फिर आपको वेरीफाई करते हैं कि एक ह्यूमन की तरह इन्हें रिएक्ट किया है कि नहीं रिएक्ट किया, या किस बेसिस के उत्ते अपने को रिजल्ट आए है। तो जिवें हुण कीता हैगा कि डायग्नोस द ब्लड कैंसर इन ह्यूमनस, तो अपने को जिहड़ी रिपोर्ट आई है, रिपोर्ट तो बाद आप प्रीवियस डाटा ते जावांगे, पिछले इनपुट्स के उत्ते जावांगे भी कि अपने जिहड़े ब्लड सैंपल दे विच की चीज़ां सी जिहदे करके रिपोर्ट अपनी पॉजिटिव आई है। नैक्सट कंपोनेंट है यूजर इंटरफेस। यूजर इंटरफेस ਦੇ ਵਿੱਚ ਕੀ ਹੈ ਕਿ ਜੋ ਆਪਣੇ ਨਾਲ ਇੰਟਰੈਕਸ਼ਨ ਕਰਵਾਉਂਦਾ ਹੈ ਐਕਸਪਰਟ ਮਸ਼ੀਨ ਦਾ, ਉਹਨੂੰ ਆਪਾਂ ਯੂਜ਼ਰ ਇੰਟਰਫੇਸ ਬੋਲਦੇ ਹਾਂ। ਤਾਂ ਆਪਾਂ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ। ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੇ ਵਿੱਚ ਆਪਾਂ ਜਨਰਲ ਇੰਗਲਿਸ਼ ਦੇ ਵਿੱਚ ਕੁਝ ਰੂਲਸ ਦੇ ਅਕੋਰਡਿੰਗ क्यूरीज परफॉर्म करते हाँ। तो क्यूरीज आप सारिया कीतियां कि सिंपल आप लिखते नहीं कि वॉट इज दिस, ऐसा कुछ नहीं लिखते, आप लिखते हैं वैरीएबल लेंदे हैं, ਉਹਦੇ ਵਿੱਚ वैरीएबल ਦੇ ਨਾਲ एटॉमिक वैल्यूज लेंदे हाँ, ਜਾਂ ਸਮਟਾਈਮਸ ਆਪਾਂ ਉਹਨਾਂ ਦੇ ਉੱਤੇ ਕੁਝ ਐਂਡ ਔਰ ਨੋਟ ਰੂਲ ਅਪਲਾਈ ਕਰਦੇ ਹਾਂ। ਇਹ ਸਾਰਾ ਕੁਝ ਆਪਾਂ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੇ ਵਿੱਚ ਕੀਤਾ ਸੀ। ਜਦੋਂ ਆਪਾਂ ਪ੍ਰੋਲੋਗ ਦੇ ਵਿੱਚ ਕੋਈ ਵੀ ਕਿਊਰੀ ਪਰਫਾਰਮ ਕਰਦੇ ਹਾਂ ਤਾਂ ਉਹ ਕਿਊਰੀ ਪਰਫਾਰਮ ਹੋ ਕੇ ਅੰਦਰ ਜੋ ਨੌਲੇਜ ਪਈ ਹੁੰਦੀ ਹੈ, ਨੌਲੇਜ ਦੇ ਨਾਲ ਇੰਟਰੈਕਸ਼ਨ ਕਰਦੀ ਹੈ ਤੇ ਉਹਦੇ ਨਾਲ ਕੰਪੈਰੀਜ਼ਨ ਕਰਕੇ ਬੈਸਟ ਆਊਟਪੁੱਟ ਜਨਰੇਟ ਕਰਕੇ ਆਪਾਂ ਨੂੰ ਲੈ ਕੇ ਆਉਂਦੀ ਹੈ। ਤੇ ਜਿਹੜਾ ਇਹ ਪ੍ਰੋਲੋਗ ਲੈਂਗੁਏਜ ਵਿੱਚ ਕਿਊਰੀ ਰਾਈਟ ਕਰਨਾ, दैट इज आवर यूजर इंटरफेस। ਆਪਾਂ ਗੂਗਲ ਸਰਚ ਇੰਜਨ ਦੇ ਵਿੱਚ ਜਦੋਂ ਆਪਾਂ ਬ੍ਰਾਊਜ਼ਰ ਦੇ ਸੌਰੀ ਗੂਗਲ ਸਰਚ ਇੰਜਨ ਨੂੰ ਓਪਨ ਕਰਦੇ ਹਾਂ, ਟੈਕਸਟ ਬਾਕਸ ਦੇ ਵਿੱਚ ਆਪਾਂ ਸਟ੍ਰਿੰਗ ਲਿਖਦੇ ਹਾਂ, ਤੇ ਜਿਹੜਾ ਗੂਗਲ ਸਰਚ ਇੰਜਨ ਹੈ दैट इज आवर यूजर इंटरफेस, ਜਿਹਦੇ ਨਾਲ ਆਪਾਂ ਐਕਸਪਰਟ ਸਿਸਟਮ ਦੇ ਨਾਲ ਕਮਿਊਨੀਕੇਟ ਕਰਦੇ ਹਾਂ, ਨੌਲੇਜ ਬੇਸਡ ਐਕਸਪਰਟ ਸਿਸਟਮ ਦੇ ਨਾਲ, ਤੇ ਆਪਣੀ ਸਟ੍ਰਿੰਗ ਦੇ ਅਕੋਰਡਿੰਗ ਜਿਹੜੇ ਹੈਗੇ ਆ ਰਿਜ਼ਲਟ ਨੀਚੇ ਵੈਬਸਾਈਟਸ ਦੀ ਫਾਰਮ ਦੇ ਵਿੱਚ ਆਪਣੇ ਕੋਲੇ ਅਪੀਅਰ ਹੋ ਜਾਂਦੇ ਆ। ਨੈਚੁਰਲ ਲੈਂਗੁਏਜ ਪ੍ਰੋਸੈਸ ਇਹਦੇ ਚ ਯੂਜ਼ਰ ਇੰਟਰਫੇਸ ਦੇ ਵਿੱਚ ਕੀ ਹੈਗਾ ਕਿ ਤੁਹਾਡੇ ਨੈਚੁਰਲ ਲੈਂਗੁਏਜ ਡਿਸਪਲੇ ਔਨ ਸਕਰੀਨ, ਜਨਰਲ ਇੰਗਲਿਸ਼ ਦੇ ਵਿੱਚ ਤੁਹਾਡਾ ਡਿਸਪਲੇ ਬੋਰਡ ਤੁਹਾਨੂੰ ਦਿਖਦਾ ਹੈ। ਵਰਬਲ ਨਰੇਸ਼ਨਸ ਇਨ ਨੈਚੁਰਲ ਲੈਂਗੁਏਜ, ਜੋ ਵੀ ਇਨਪੁਟ ਦਿੱਤੇ ਜਾਂਦੇ ਆ ਨੈਚੁਰਲ ਲੈਂਗੁਏਜ ਦੇ ਵਿੱਚ ਦਿੱਤੇ ਜਾਂਦੇ ਆ। ਲਿਸਨਿੰਗ ਆਫ ਰੂਲ ਨੰਬਰਸ ਡਿਸਪਲੇ ਔਨ ਦ ਸਕਰੀਨ, ਕਿਸ ਤਰ੍ਹਾਂ ਦੇ ਰੂਲਸ ਆ ਸਾਰੇ ਆਪਣੇ ਡਿਸਪਲੇ ਹੁੰਦੇ ਆ ਸਕਰੀਨ ਦੇ ਉੱਤੇ, ਜਿਸ ਵੀ ਐਕਸਪਰਟ ਸਿਸਟਮ ਦੇ ਨਾਲ ਆਪਾਂ ਕਮਿਊਨੀਕੇਟ ਕਰ ਰਹੇ ਹਾਂ, ਵੈਦਰ ਇਟ ਇਜ਼ ਆ ਗੂਗਲ ਸਰਚ ਇੰਜਨ ਜਾਂ ਆਟੋਕੈਡ ਡਰਿਵਨ ਹੈ, ਜਿਸ ਟਾਈਪ ਦੇ ਮਸ਼ੀਨ ਨਾਲ ਤੁਸੀਂ ਕਮਿਊਨੀਕੇਟ ਕਰੋਗੇ ਸਾਰੀਆਂ ਇੰਸਟਰਕਸ਼ਨ ਸਾਹਮਣੇ ਮਸ਼ੀਨ ਤੇ ਤੁਹਾਨੂੰ ਦਿਖਦੀਆਂ ਹੋਣੀਆਂ, दैट इज यूजर इंटरफेस। एक एफिशिएंट एक्सपर्ट सिस्टम दे ਜਿਹੜੀ ਹੈ ਕੀ ਰਿਕੁਆਇਰਮੈਂਟ ਹੈ, ਇਟ ਸ਼ੁੱਡ ਬੀ ਹੈਲਪ ਦ ਯੂਜ਼ਰ ਟੂ ਕੰਪਲੀਟ देयर गोल इन शॉर्टेस्ट पॉसिबल वे। ਹੁਣ ਆਪਾਂ ਗੂਗਲ ਸਰਚ ਇੰਜਨ ਸਾਰਿਆਂ ਨੇ ਯੂਜ਼ ਕੀਤਾ ਤਾਂ ਆਪਾਂ ਉਹਦੀ ਐਗਜ਼ਾਮਪਲ ਲੈ ਕੇ ਚੱਲਦੇ ਆ ਕਿ ਇਹਦਾ ਜਿਹੜਾ ਬਿਹੇਵੀਅਰ ਹੈ, ਇਹਦਾ ਜਿਹੜਾ ਹੈਗਾ ਇਨਵਾਇਰਮੈਂਟ ਹੈ, ਇੰਨਾ ਕੁ ਯੂਜ਼ਰ ਫਰੈਂਡਲੀ ਹੋਊਗਾ ਕਿ ਤੁਹਾਡੇ ਛੋਟੇ ਜਿਹੇ ਟਾਸਕ ਦੇ ਨਾਲ ਵੱਡੀ ਸਾਰੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਇਟ ਸ਼ੁੱਡ ਬੀ ਡਿਜ਼ਾਈਨ ਟੂ ਵਰਕ ਯੂਜ਼ਰ ਐਗਜ਼ਿਸਟੈਂਸ ਐਂਡ ਡਿਜ਼ਾਇਰ ਪ੍ਰੈਕਟਿਸਿਸ, ਕਿ ਉਹਨੂੰ ਜਿਹੜਾ ਹੈਗਾ ਕੰਮ ਕਰਨਾ ਈਜ਼ੀ ਹੋ ਜੇ, ਜਿੱਦਾਂ ਦੀ ਯੂਜ਼ਰ ਦੀ ਰਿਕੁਆਇਰਮੈਂਟ ਹੁੰਦੀ ਹੈ, ਯੂਜ਼ਰ ਜਿਸ ਤਰ੍ਹਾਂ ਦਾ ਸੋਚਦਾ ਹੈ ਉਸ ਤਰ੍ਹਾਂ ਦਾ ਇਨਵਾਇਰਮੈਂਟ ਹੈ। ਹੁਣ ਆਪਾਂ ਸਰਚ ਇੰਜਨ ਆਪਾਂ ਨੂੰ ਪਤਾ ਕਿ ਟੈਕਸਟ ਬਾਕਸ ਹੋਵੇ, ਟੈਕਸਟ ਬਾਕਸ 'ਚ ਆਪਾਂ ਕੁਝ ਰਾਈਟ ਕਰਦੀਏ, ਦੈਨ ਰਿਜ਼ਲਟ ਆਪਣੇ ਕੋਲ ਪ੍ਰੋਡਿਊਸ ਹੋ, ਤੇ ਗੂਗਲ ਸਰਚ ਇੰਜਨ ਨੇ ਉਸੇ ਤਰ੍ਹਾਂ ਦਾ ਇਨਵਾਇਰਮੈਂਟ ਆਪਾਂ ਨੂੰ ਪ੍ਰੋਵਾਈਡ ਕੀਤਾ। ਇਟ ਇਜ਼ ਅ ਟੈਕਨੋਲੋਜੀ ਸ਼ੁੱਡ ਬੀ ਅਡੈਪਟੇਬਲ ਟੂ ਯੂਜ਼ਰ ਰਿਕੁਆਇਰਮੈਂਟ, ਨਾਟ ਟੂ ਦ ਅਦਰ ਵੇ ਰਾਊਂਡ। ਜਿਹੜੀ ਟੈਕਨੋਲੋਜੀ ਆਪਾਂ ਯੂਜ਼ ਕਰਨੀ ਆ ਉਹ ਯੂਜ਼ਰ ਅਸੈਪਟੇਬਲ ਹੋਣੀ ਚਾਹੀਦੀ ਹੈ, ਯੂਜ਼ਰ ਦੇ ਅਕੋਰਡਿੰਗ ਹੋਣੀ ਚਾਹੀਦੀ, ਯੂਜ਼ਰ ਦੀਆਂ ਰਿਕੁਆਇਰਮੈਂਟ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਇਟ ਸ਼ੁੱਡ ਬੀ ਮੇਕ ਐਫੀਸ਼ੀਐਂਟ ਯੂਜ਼ ਆਫ ਯੂਜ਼ਰ ਇਨਪੁਟ, ਕਿ ਜਿਹੜਾ ਤੁਹਾਡਾ ਯੂਜ਼ਰ ਇੰਟਰਫੇਸ ਹੈ ਉਹ ਜਿਹਾ ਹੋਣਾ ਚਾਹੀਦਾ ਹੈਗਾ ਕਿ ਜਿਹੜਾ ਤੁਸੀਂ ਇਨਪੁਟ ਦਵੋਗੇ, ਜੋ ਵੀ ਰਾਈਟ ਕਰੋਗੇ, ਉਹ ਐਫੀਸ਼ੀਐਂਟਲੀ ਯੂਜ਼ ਹੋ ਕੇ ਤੁਹਾਡੇ ਅਕੋਰਡਿੰਗ ਟੂ ਯੂਜ਼ਰ ਰਿਕੁਆਇਰਮੈਂਟ ਰਿਜ਼ਲਟ ਪ੍ਰੋਡਿਊਸ ਕਰਦਾ ਹੋਵੇ। ਨੈਕਸਟ ਹੈ ਐਕਸਪਰਟ ਸਿਸਟਮ ਦੇ ਵਿੱਚ ਟੈਕਨੋਲੋਜੀ ਕਿਹੜੀ ਕਿਹੜੀ ਯੂਜ਼ ਹੁੰਦੀ ਹੈ। ਟੈਕਨੋਲੋਜੀ ਦੇ ਵਿੱਚ ਪਹਿਲੀ ਗੱਲ ਆਉਂਦੀ ਹੈ ਐਨਵਾਇਰਮੈਂਟ ਦੀ। ਤਾਂ ਡਿਫਰੈਂਟ ਟਾਈਪ ਆਫ ਲੈਂਗੁਏਜ ਹੈ, ਤੁਹਾਡੇ ਕੋਲ ਵਰਕ ਸਟੇਸ਼ਨ ਹੈ, ਮੇਨ ਫਰੇਮ ਕੰਪਿਊਟਰ ਹੈ, ਮਿਨੀ ਕੰਪਿਊਟਰ ਹੈ, ਤਾਂ ਦੂਜੀ ਪਹਿਲਾਂ ਤੁਹਾਡੇ ਕੋਲ ਇਨਫਰਾਸਟ੍ਰਕਚਰ ਆਉਂਦਾ, ਇਨਫਰਾਸਟ੍ਰਕਚਰ ਤੋਂ ਬਾਅਦ ਆਉਂਦੀ ਹੈ ਤੁਹਾਡੇ ਕੋਲ ਲੈਂਗੁਏਜ, ਤੁਸੀਂ ਲਿਸਟ ਦੇ ਵਿੱਚ ਵੀ ਕੰਮ ਕਰ ਸਕਦੇ ਹੋ, ਪ੍ਰੋਲੋਗ ਦੇ ਵਿੱਚ ਵੀ ਕੰਮ ਕਰ ਸਕਦੇ ਹੋ, ਤੇ ਤੀਜੀ ਚੀਜ਼ ਆਉਂਦੀ ਤੁਹਾਡੇ ਕੋਲ ਡਾਟਾਬੇਸ। ਇਹ ਤਿੰਨ ਚੀਜ਼ਾਂ ਮੋਸਟ ਇੰਪੋਰਟੈਂਟ ਹੈ। ਤੁਹਾਡੇ ਕੋਲ ਹਾਰਡਵੇਅਰ ਸਫੀਸ਼ੀਐਂਟ ਇਨਵਾਇਰਮੈਂਟ ਚਾਹੀਦਾ, ਇਨਫਰਾਸਟ੍ਰਕਚਰ ਚਾਹੀਦਾ ਹੈ, ਲੈਂਗੁਏਜ ਚਾਹੀਦੀ ਹੈ, ਤੇ ਜਿਸ ਦੇ ਉੱਤੇ ਡਾਟਾ ਆਪਰੇਟ ਕਰਨੀ ਹੈਗੀ ਹੈ ਆਪਣੀ ਕਿਊਰੀ, ਉਹ ਤੁਹਾਡੇ ਕੋਲ ਡਾਟਾਬੇਸ ਚਾਹੀਦਾ, दैट इज ਇਨਵਾਇਰਮੈਂਟ ਆਫ ਐਕਸਪਰਟ ਸਿਸਟਮ। ਦੂਜੇ ਹੈ ਟੂਲਸ। ਟੂਲਸ ਤੁਸੀਂ ਕਿਹੜੇ ਕਿਹੜੇ ਯੂਜ਼ ਕਰ ਸਕਦੇ ਹੋ। ਪਾਵਰਫੁਲ ਐਡੀਟਿੰਗ ਐਂਡ ਡਿਬਗਿੰਗ ਟੂਲ ਹੋਣਾ ਚਾਹੀਦਾ ਤੁਹਾਡੇ ਕੋਲੇ, ਮਲਟੀਪਲ ਵਿੰਡੋਜ਼ ਇੱਕੋ ਜਗ੍ਹਾ ਤੇ ਚੱਲ ਸਕਦੀਆਂ ਹੋਣ। ਪ੍ਰੋਟੋਟਾਈਪਿੰਗ ਹੋਣੀ ਚਾਹੀਦੀ ਹੈ, ਤੁਸੀਂ ਚੇਂਜ ਕਰ ਸਕੋ ਆਪਣੀ ਰਿਕੁਆਇਰਮੈਂਟ ਹੈ ਜਾਂ ਜੋ ਵੀ ਤੁਸੀਂ ਨਵੀਂ ਚੀਜ਼ ਐਡੀਸ਼ਨ ਉਹਦੇ 'ਚ ਹੋ ਸਕਦੀ ਹੋਵੇ। ਤੁਹਾਡੇ ਕੋਲੇ ਮਾਡਲ ਨੌਲੇਜ ਰਿਪਰੈਜ਼ੈਂਟ ਕਿਵੇਂ ਕਿੰਨੀ ਹੈ, ਤੇ ਇਨਫਰੈਂਸ ਡਿਜ਼ਾਈਨ ਤੁਹਾਡੇ ਕੋਲੇ ਪ੍ਰੋਵਾਈਡ ਹੋਣਾ ਚਾਹੀਦਾ। ਥੀਸ ਆਰ ਦ ਟੂਲਸ। ਤੁਹਾਡੇ ਕੋਲ ਬੇਸਿਕ ਸੌਫਟਵੇਅਰ ਹੋਣੇ ਚਾਹੀਦੇ ਜਿਹੜੇ ਤੁਹਾਨੂੰ ਆਊਟਪੁੱਟ ਜਨਰੇਟ ਕਰਕੇ ਦੇਣ।
ਤੁਹਾਡੇ ਕੋਲੇ ਸ਼ੈਲ ਹੋਣੇ ਚਾਹੀਦੇ ਆ। ਸ਼ੈਲ ਦਾ ਮਤਲਬ ਹੈ ਅਗਰ ਤੁਹਾਡੇ ਕੋਲੇ ਐਕਸਪਰਟ ਸਿਸਟਮ ਵਿਦਾਊਟ ਡਾਟਾਬੇਸ ਹੈ, ਵਿਦਾਊਟ ਨੌਲੇਜ ਹੈ, ਦੈਨ ਐਵਰੀਥਿੰਗ ਇਜ਼ ਜ਼ੀਰੋ, ਕਿਉਂਕਿ ਸ਼ੈਲ ਕੰਮ ਕਰਨਗੇ ਤੁਹਾਡੀ ਨੌਲੇਜ ਬੇਸ ਦੇ ਉੱਤੇ। ਅਗਰ ਤੁਹਾਡੇ ਕੋਲੇ ਪਹਿਲਾਂ ਡਾਟਾ ਸਟੋਰ ਕੀਤਾ ਹੋਇਆ ਹੈ, ਤੁਹਾਡੇ ਕੋਲੇ ਡਾਟਾ ਪਹਿਲਾਂ ਪਾਇਆ ਹੈ, ਦੈਨ ਤੁਸੀਂ ਉਸ ਤੇ ਕਿਊਰੀ ਪਰਫਾਰਮ ਕਰ ਸਕਦੇ ਹੋ। ਕਿਊਰੀ ਕਿਸ ਪਰਫਾਰਮ ਕਰ ਸਕਦੇ ਹੋ? ਸ਼ੈਲਸ ਦੇ ਵਿੱਚ। ਸ਼ੈਲ ਤੁਹਾਡਾ ਜਾਵਾ ਐਕਸਪਰਟ ਸਿਸਟਮ ਸ਼ੈਲ ਹੈ ਜਾਂ ਵਿਦਵਾਨ ਸ਼ੈਲ ਹੈ। ਵਿਦਵਾਨ ਸ਼ੈਲ ਤੁਹਾਡਾ ਮੁੰਬਈ ਦੇ ਵਿੱਚ ਜਨਰੇਟ ਹੋਇਆ 1993 ਦੇ ਵਿੱਚ, ਠੀਕ ਹੈ। ਨੈਕਸਟ ਹੈ ਡਿਵੈਲਪਮੈਂਟ ਆਫ ਐਕਸਪਰਟ ਸਿਸਟਮ। ਜਿੱਦਾਂ ਇੱਕ ਸੌਫਟਵੇਅਰ ਨੂੰ ਡਿਵੈਲਪ ਕਰਦੇ ਆ ਤੇ ਐਕਸਪਰਟ ਸਿਸਟਮ ਨੂੰ ਵੀ ਡਿਵੈਲਪ ਕਰਨ ਵਾਸਤੇ ਸਾਰਿਆਂ ਨਾਲੋਂ ਪਹਿਲਾਂ ਆਪਾਂ ਆਇਡੈਂਟੀਫਾਈ ਕਰਦੇ ਆ ਪ੍ਰੋਬਲਮ ਹੈ ਕੀ, ਕਿਸ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਤੁਸੀਂ ਐਕਸਪਰਟ ਸਿਸਟਮ ਡਿਜ਼ਾਈਨ ਕਰਨਾ ਹੈ, ਬਣਾਉਣਾ ਹੈ। ਪ੍ਰੋਬਲਮ ਰਿਕੁਆਇਰਮੈਂਟ ਇਕੱਠੀਆਂ ਕਰਾਂਗੇ, ਕਿੱਦਾਂ ਸੋਲਵ ਕਰਨਾ ਹੈ, ਉਹਨੂੰ ਪ੍ਰੋਜੈਕਟ ਦੀ ਡੋਮੇਨ ਸੈੱਟ ਕਰਾਂਗੇ, ਕਿੰਨੀ ਆਪਾਂ ਡੋਮੇਨ ਕਿੱਦਾਂ ਸੈੱਟ ਕਰਦੇ ਕਿ ਕਿੰਨੀਆਂ ਕੁ ਰਿਕੁਆਇਰਮੈਂਟ ਲੈ ਕੇ, ਲਾਈਕ ਆਪਾਂ ਲਾਇਬ੍ਰੇਰੀ ਸੌਫਟਵੇਅਰ ਸਿਸਟਮ ਬਣਾਉਣਾ ਤਾਂ ਕਿੰਨੀਆਂ ਕੁ ਬੁੱਕਸ ਤੇ ਦੀ ਡੋਮੇਨ ਉਹਦੀ ਕਿੰਨੀ ਹੈ, ਉਹਦੀ ਰੇਂਜ ਕਿੰਨੀ ਹੈ, ਕਿੰਨੀ ਕੁ ਰੇਂਜ ਦੇ ਬਾਅਦ ਸੌਫਟਵੇਅਰ ਬਣਾਉਣਾ ਹੈ, ਕਿੰਨਾ ਕੋਸਟ ਇਫੈਕਟਿਵ ਆਪਾਂ ਸੌਫਟਵੇਅਰ ਬਣਾਉਣਾ ਹੈ। ਸਾਰੀਆਂ ਚੀਜ਼ਾਂ ਪਹਿਲਾਂ ਆਪਾਂ ਆਇਡੈਂਟੀਫਾਈ ਕਰਾਂਗੇ ਕਿ ਆਪਾਂ ਕੋਈ ਪ੍ਰੋਬਲਮ ਸੋਲਵ ਕਰਨੀ ਹੈ, ਕੋਈ ਐਕਸਪਰਟ ਸਿਸਟਮ ਬਣਾਉਣਾ ਹੈ, ਕਿਸ ਪ੍ਰੋਬਲਮ ਨੂੰ ਸੋਲਵ ਕਰਨਾ ਹੈ, ਕਿੰਨੀ ਡੋਮੇਨ ਸੋਲਵ ਕਰਨੀ ਹੈ, ਉਸਦੀ ਸਾਰਾ ਦਾ ਸਾਰਾ ਕਰਨਾ ਹੈ, ਕੋਈ ਟਾਸਕ ਪਰਟੀਕੂਲਰ ਪਰਫਾਰਮ ਕਰਨਾ ਹੈ ਤੇ ਕਿੰਨੇ ਕੁ ਟਾਈਮ ਪੀਰੀਅਡ ਐਂਡ ਕੋਸਟ ਇਫੈਕਟਿਵਨੈਸ ਇਸ ਸੌਫਟਵੇਅਰ ਨੂੰ ਹੋਣਾ ਚਾਹੀਦਾ। ਸਾਰੀਆਂ ਚੀਜ਼ਾਂ ਪ੍ਰੀ ਡਿਫਾਈਨਡ। ਉਸ ਤੋਂ ਬਾਅਦ ਜਦੋਂ ਆਪਣੇ ਕੋਲੇ ਸਾਰੀਆਂ ਪ੍ਰੋਬਲਮ ਦੀ ਡੋਮੇਨ ਸੈੱਟ ਹੋ ਜਾਏਗੀ, ਦੈਨ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ। ਆਪਾਂ ਡਿਜ਼ਾਈਨ ਦੇ ਵਿੱਚ ਕਿਹੜੀ ਟੈਕਨੋਲੋਜੀ ਯੂਜ਼ ਕਰਨੀ ਹੈ, ਕਿਸ ਤਰ੍ਹਾਂ ਦਾ ਡਾਟਾਬੇਸ ਯੂਜ਼ ਕਰਨਾ ਹੈ ਤੇ ਕਿਸ ਤਰ੍ਹਾਂ ਆਪਾਂ ਨੌਲੇਜ ਨੂੰ ਰਿਪਰੈਜ਼ੈਂਟ ਕਰਵਾਉਣਾ ਹੈ, ਇਹ ਆਪਾਂ ਡਿਜ਼ਾਈਨ ਬਣਾਵਾਂਗੇ। ਫਿਰ ਆਪਾਂ ਡਿਵੈਲਪ ਦਾ ਪ੍ਰੋਟੋਟਾਈਪ ਜਿਹੜੇ ਆਪਾਂ ਰੂਲਸ ਉਹਦੇ ਉੱਤੇ ਲਾਉਣੇ ਹੈ ਉਹ ਕਿਸ ਤਰ੍ਹਾਂ ਦੇ ਲਾਉਣੇ ਹੈ, ਇਹਦੀ ਆਪਾਂ ਡਿਸਕ੍ਰਿਪਸ਼ਨ ਲਿਖਾਂਗੇ। ਉਸ ਤੋਂ ਬਾਅਦ ਟੈਕਸਟ ਐਂਡ ਰਿਫਾਈਨ ਦਾ ਪ੍ਰੋਟੋਟਾਈਪ। ਜਦੋਂ ਪ੍ਰੋਟੋਟਾਈਪ ਆਪਣਾ ਇੱਕ ਵਾਰ ਸੈੱਟ ਹੋ ਗਿਆ, ਉਸ ਤੋਂ ਬਾਅਦ ਆਪਾਂ ਬਾਰੀ ਉਹਦੀ ਪ੍ਰੋਬਲਮਸ ਚੈੱਕ ਕਰਾਂਗੇ ਕਿ ਕਿੱਥੇ ਕੋਈ ਡੈਫੀਸ਼ੀਐਂਸੀ, ਉਹਦੀ ਪਰਫਾਰਮੈਂਸ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਨਵੇਂ ਤੇ ਨਵੇਂ ਟੈਕਸਟ ਨਵੀਆਂ ਚੀਜ਼ਾਂ ਉਹਦੇ ਵਿੱਚ ਐਡ ਕਰਦੇ ਜਾਓ, ਜਿੰਨਾ ਚਿਰ ਯੂਜ਼ਰ ਸੈਟਿਸਫਾਈਡ ਨਹੀਂ ਹੁੰਦਾ ਕਿ ਬਿਲਕੁਲ ਐਕਸਪਰਟ ਸਿਸਟਮ ਦੈਟ ਇਜ਼ ਐਕੂਰੇਟ ਅਕੋਰਡਿੰਗ ਟੂ ਮਾਈ ਰਿਕੁਆਇਰਮੈਂਟ। ਫਿਰ ਉਹਨੂੰ ਡਿਵੈਲਪ ਕਰਨਾ ਹੈ, ਇੱਕ ਪ੍ਰੋਜੈਕਟ ਦੀ ਤਰ੍ਹਾਂ ਪ੍ਰੋਜੈਕਟ ਬਣਾਉਣਾ ਹੈ ਤੇ ਫਿਰ ਯੂਜ਼ਰ ਨੂੰ ਟ੍ਰੇਨ ਕਰਨਾ ਹੈ ਕਿ ਇਸ ਐਕਸਪਰਟ ਸਿਸਟਮ ਨੂੰ ਕਿੱਦਾਂ ਯੂਜ਼ ਕਰਨਾ ਹੈ। ਜਦੋਂ ਯੂਜ਼ ਕਰੇਗਾ ਫਿਰ ਆਪਾਂ ਲਾਸਟ ਸੌਫਟਵੇਅਰ ਦੀ ਕੀ ਕਰਾਂਗੇ? ਮੇਨਟੇਨੈਂਸ ਕਰਾਂਗੇ। ਮੇਨਟੇਨੈਂਸ ਦੇ ਵਿੱਚ ਕੀ ਹੈ ਕਿ ਆਪਾਂ ਆਪਣੇ ਸੌਫਟਵੇਅਰ ਨੂੰ ਅਪ ਟੂ ਡੇਟ ਰੱਖਾਂਗੇ, ਰੈਗੂਲਰ ਰਿਵਿਊ ਰੱਖਾਂਗੇ ਉਹਦੇ, ਕਿ ਕੋਈ ਫਾਈਲ ਉਹਦੀ ਕਰਪਟ ਹੋ ਗਈ ਤਾਂ ਉਹਨੂੰ ਮੈਨੇਜ ਕੀਤਾ ਜਾਵੇ, ਮੇਨਟੇਨ ਕੀਤਾ ਜਾਵੇ। ਅਗਰ ਕੋਈ ਡਾਟਾਬੇਸ ਡੈਮੇਜ ਹੋ ਗਿਆ ਦੈਨ ਉਹਦੀ ਬੈਕਅਪ ਪਿਆ ਹੈਗਾ, ਰਿਕਵਰੀ ਕੀਤੀ ਜਾਵੇ। ਯੂਜ਼ਰ ਨੂੰ ਨਵੀਆਂ ਫਾਈਲਾਂ ਉਹਦੇ ਵਿੱਚ ਐਂਟਰ ਕਰਵਾਉਂਦੇ ਜਾਓ ਤਾਂ ਕਿ ਯੂਜ਼ਰ ਨੂੰ ਬਿਲਕੁਲ ਅਪ ਟੂ ਡੇਟ ਇਨਫੋਰਮੇਸ਼ਨ ਮਿਲਦੀ ਰਹੇ ਤੇ ਅਪ ਟੂ ਡੇਟ ਉਹ ਨੌਲੇਜ ਨੂੰ ਯੂਜ਼ ਕਰਦਾ ਹੋਵੇ। ਬੈਨੀਫਿਟ ਕੀ ਹੈ? ਅਵੇਲੇਬਿਲਿਟੀ, ਇਟ ਇਜ਼ ਈਜ਼ੀਲੀ ਅਵੇਲੇਬਲ ਡਿਊ ਟੂ ਦ ਮਾਸ ਪ੍ਰੋਡਕਸ਼ਨ ਆਫ ਸੌਫਟਵੇਅਰ। ਹੁਣ ਐਕਸਪਰਟ ਸਿਸਟਮ ਇੰਨੇ ਜ਼ਿਆਦਾ ਡਿਜ਼ਾਈਨ ਹੋਏ ਜਾ ਰਹੇ ਨੇ, ਜੋ ਮੋਸਟਲੀ ਕੰਮ ਹੈ AI ਤੇ ਹੋ ਰਿਹਾ ਹੈ, ਤਾਂ ਇਸ ਕਰਕੇ ਇਹ ਬਹੁਤ ਜ਼ਿਆਦਾ ਈਜ਼ੀਲੀ ਅਵੇਲੇਬਲ ਹੋ ਜਾਂਦਾ। ਲੈਸ ਪ੍ਰੋਡਕਸ਼ਨ ਕੋਸਟ, ਤੁਹਾਡੇ ਕੋਲ ਬਣੇ ਬਣਾਏ ਪਲੇਟਫਾਰਮ ਪਏ ਹੁੰਦੇ ਆ, ਬਣੇ ਬਣਾਏ ਕੰਪੋਨੈਂਟਸ ਪਏ ਹੁੰਦੇ ਆ, ਬਣੇ ਬਣਾਏ ਇਨਫਰੈਂਸ ਇੰਜਨ ਪਏ ਹੁੰਦੇ ਆ। ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਤੁਸੀਂ ਓਪਨ ਸੋਰਸ ਦੇ ਵਿੱਚੋਂ ਈਜ਼ੀਲੀ ਤੁਸੀਂ ਨਵੇਂ ਪ੍ਰੋਡਕਸ਼ਨ ਡਿਜ਼ਾਈਨ ਕਰ ਸਕਦੇ ਹੋ। ਬਹੁਤ ਜ਼ਿਆਦਾ ਸਪੀਡ ਤੁਹਾਨੂੰ ਐਕੂਰੇਟ ਫਾਸਟ ਰਿਜ਼ਲਟ ਪ੍ਰੋਡਿਊਸ ਕਰਦਾ ਐਜ਼ ਕੰਪੇਅਰ ਟੂ ਇੱਕ ਹਿਊਮਨ ਬੀਇੰਗ। ਲੈਸ ਐਰਰ ਰੇਟ, ਐਕੂਰੇਟ ਰਿਜ਼ਲਟ ਹੁੰਦੇ ਆ, ਘੱਟ ਹਿਊਮਨ ਐਰਰ ਕਰ ਸਕਦਾ, ਬਟ ਮਸ਼ੀਨ ਦੇ ਵਿੱਚ ਜੋ ਆਪਾਂ ਇੱਕ ਵਾਰ ਲੌਜਿਕ ਦੇਤਾ ਉਹਨੇ ਬਿਲਕੁਲ ਐਕੂਰੇਟ ਰਿਜ਼ਲਟ ਹੀ ਪ੍ਰੋਡਿਊਸ ਕਰਨੇ ਆ। ਘੱਟ ਤੋਂ ਘੱਟ ਰਿਸਕ ਦੀ ਸੰਭਾਵਨਾ ਹੁੰਦੀ ਹੈ। ਹੁਣ ਕੀ ਆਪਾਂ ਕਦੇ ਹਿਊਮਨ ਮਾਈਂਡ ਦੇਖੀਏ, ਕਦੇ ਥਕਾਵਟ ਹੋਏਗੀ, ਕਿਤੇ ਨਾ ਕਿਤੇ ਰਿਜ਼ਲਟ ਉਹ ਸਹੀ ਨਹੀਂ ਦੇਗਾ, ਬਟ ਇੱਕ ਮਸ਼ੀਨ ਨੂੰ ਨਾ ਕੋਈ ਥਕਾਵਟ ਹੁੰਦੀ ਹੈ। ਉਹ ਜੋ ਪਹਿਲਾ ਰਿਜ਼ਲਟ ਜਿਸ ਤਰ੍ਹਾਂ ਪ੍ਰੋਡਿਊਸ ਕੀਤਾ 100th ਰਿਜ਼ਲਟ ਵੀ ਉਸੇ ਰੇਂਜ ਦੇ ਵਿੱਚ, ਉਸੇ ਐਕੂਰੇਸੀ ਦੇ ਨਾਲ, ਉਸੇ ਮਤਲਬ ਵਿਦਾਊਟ ਐਨੀ ਰਿਸਕ ਉਹ ਪ੍ਰੋਡਿਊਸ ਕਰਕੇ ਦੇਗਾ। ਸਟੈਡੀ ਰਿਸਪੌਂਸ ਆਪਾਂ ਕੋਈ ਇਮੋਸ਼ਨਲ ਜਾਂ ਕਿਸੇ ਟੈਂਸ ਜਾਂ ਫੈਟੀਕ ਨਹੀਂ ਹੁੰਦੀ। ਮਸ਼ੀਨ ਹੈ, ਮਸ਼ੀਨ ਨੇ ਪਹਿਲੇ ਸਟੈਪ ਤੋਂ ਲੈ ਕੇ ਲਾਸਟ ਸਟੈਪ ਤੱਕ ਸੇਮ ਰੇਟ ਦੇ ਵਿੱਚ, ਸੇਮ ਮੋਸ਼ਨ ਦੇ ਵਿੱਚ ਕੰਮ ਕਰਨਾ ਹੁੰਦਾ। ਐਕਸਪਰਟ ਸਿਸਟਮ ਦੀ ਲਿਮਿਟੇਸ਼ਨ ਕੀ ਹੈ ਕਿ ਲਿਮਿਟਿਡ ਟੈਕਨੋਲੋਜੀ ਹੈ, ਨੌਲੇਜ ਨੂੰ ਐਕਿਊਏਸ਼ਨ ਕਰਨਾ ਬਹੁਤ ਜ਼ਿਆਦਾ ਟਫ ਹੈ, ਮੈਨੇਜ ਕਰਵਾਉਣਾ ਨੌਲੇਜ ਨੂੰ ਤੇ ਐਕੂਰੇਟ ਫੈਕਟ ਮਸ਼ੀਨ ਦੇ ਵਿੱਚ ਪ੍ਰੋਡਿਊਸ ਕਰਾਉਣਾ ਸਭ ਤੋਂ ਡਿਫਿਕਲਟ ਟਾਸਕ ਹੈ। ਐਕਸਪਰਟ ਸਿਸਟਮ ਆ ਡਿਫਿਕਲਟ ਟੂ ਮੇਨਟੇਨ, ਇਹਨਾਂ ਨੂੰ ਮੇਨਟੇਨ ਕਰਨਾ ਬਹੁਤ ਜ਼ਿਆਦਾ ਟਫ ਹੈ। ਇੱਕ ਵਾਰ ਤੁਹਾਡਾ ਕੋਈ ਐਕਸਪਰਟ ਸਿਸਟਮ ਖਰਾਬ ਹੋ ਗਿਆ ਕਿ ਇੰਨੀਆਂ ਜ਼ਿਆਦਾ ਫਾਈਲਾਂ ਹੁੰਦੀਆਂ, ਉਹਨਾਂ ਨੂੰ ਮੈਨੇਜ ਕਿੱਥੇ, ਉਹਨੇ ਕਿਹੜੀ ਨੌਲੇਜ ਦੇ ਬੇਸ ਤੇ ਕਿਹੜਾ ਮਤਲਬ
ਕਰੈਕਟ ਰਿਜ਼ਲਟ ਨਹੀਂ ਦਿੱਤਾ, ਗਲਤ ਰਿਜ਼ਲਟ ਪ੍ਰੋਡਿਊਸ ਕੀਤਾ ਹੈ, ਉਹ ਸਭ ਨੂੰ ਲੱਭਣ ਦੇ ਲਈ ਪੂਰੀ ਦੀ ਪੂਰੀ ਨੌਲੇਜ ਬੇਸ ਨੂੰ ਦੁਬਾਰਾ ਬਣਾਉਣਾ ਪੈਂਦਾ ਹੈ। ਹਾਈਲੀ ਡਿਵੈਲਪਮੈਂਟ ਕੋਸਟ, ਐਕਸਪਰਟ ਸਿਸਟਮ ਹੈ, ਇੱਕ ਹਿਊਮਨ ਦੀ ਤਰ੍ਹਾਂ ਰਿਐਕਟ ਕਰਨਾ ਮਸ਼ੀਨ ਨੇ, ਤਾਂ ਉਸ ਦੇ ਉੱਤੇ ਸਾਰਿਆਂ ਨਾਲੋਂ ਜ਼ਿਆਦਾ ਪੈਸਾ ਆਪਣਾ ਲੱਗੇਗਾ ਹੀ ਲੱਗੇਗਾ। ਕਿੱਥੇ ਕਿੱਥੇ ਐਕਸਪਰਟ ਸਿਸਟਮ ਯੂਜ਼ ਹੁੰਦਾ ਹੈ? ਡਿਜ਼ਾਈਨ ਡੋਮੇਨ, ਤੁਸੀਂ ਕੈਮਰਾ ਦੇ ਲੈਂਸ ਡਿਜ਼ਾਈਨ ਕਰਨੇ ਆ ਜਾਂ ਆਟੋਮੋਬਾਈਲ ਡਿਜ਼ਾਈਨ ਕਰਨਾ, ਕਾਰ ਡਿਜ਼ਾਈਨ ਕਰਨੀ ਹੈ, ਉੱਥੇ ਸਾਰਿਆਂ ਤੇ ਐਕਸਪਰਟ ਸਿਸਟਮ ਯੂਜ਼ ਕਰ, ਕਿਉਂਕਿ ਪਹਿਲਾਂ ਆਪਾਂ ਕੀ ਕਰਦੇ ਹਾਂ, ਉਹਨਾਂ ਦਾ ਸਿਮੂਲੇਟਰ ਡਿਜ਼ਾਈਨ ਕਰਦੇ ਹਾਂ। ਮੈਡੀਕਲ ਡੋਮੇਨ, ਕਿਸੇ ਡਿਜ਼ੀਜ਼ ਨੂੰ ਡਾਇਗਨੋਸ ਕਰਨਾ ਹੈ ਜਾਂ ਆਪਰੇਸ਼ਨ ਕਰਨੇ ਹੈ, ਅੱਜ ਕੱਲ੍ਹ ਹਿਊਮਨ ਦੀ ਜਗ੍ਹਾ ਮਸ਼ੀਨ ਕੰਡਕਟ ਕਰਦੀ ਹੈ ਸਭ ਕੁਛ। ਮੋਨੀਟਰਿੰਗ ਸਿਸਟਮ ਤੁਸੀਂ ਕਿਤੇ ਕੋਈ ਲੀਕੇਜ ਦੀ ਮੋਨੀਟਰ ਕਰਨੀ ਹੈ ਪੈਟਰੋਲੀਅਮ ਪਾਈਪਲਾਈਨ ਦੇ ਵਿੱਚ, ਤਾਂ ਇੱਕ ਹਿਊਮਨ ਤੇਲ ਦੇ ਵਿੱਚ ਨਹੀਂ ਉਤਰੇਗਾ, ਉੱਥੇ ਮਸ਼ੀਨ ਐਕਸਪਰਟ ਸਿਸਟਮ ਲਗਾ ਦਿੱਤੇ ਜਾਣਗੇ। ਉਹ ਟਾਈਮ ਟੂ ਟਾਈਮ ਉਹ ਕੀ ਕਰਦੇ ਰਹਿੰਦੇ ਆ, ਓਬਜ਼ਰਵ ਕਰਦੇ ਰਹਿੰਦੀ ਹੈ ਕਿ ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਆਈ। ਪ੍ਰੋਸੈਸ ਕੰਟਰੋਲ ਸਿਸਟਮ, ਫਿਜ਼ੀਕਲ ਪ੍ਰੋਸੈਸ ਮੋਨੀਟਰਿੰਗ ਕਰਨੀ ਹੈ, ਕੋਈ ਤੁਹਾਡਾ ਫਿਜ਼ੀਕਲ ਪ੍ਰੋਸੈਸ ਬੇਸਡ ਔਨ ਮੋਨੀਟਰਿੰਗ, ਕਿ ਆਪਾਂ ਲਾਈਕ ਸਰਵੀਲੈਂਸ ਲਾਉਣਾ ਹੈ ਕਿਸੇ ਦੇ ਉੱਤੇ, ਠੀਕ ਹੈ, ਜਾਂ GPS ਸਿਸਟਮ ਹੀ ਲਾ ਦਿਓ ਆਪਣਾ, ਦੈਟ ਇਜ਼ ਪ੍ਰੋਸੈਸਿੰਗ ਕੰਟਰੋਲ ਸਿਸਟਮ ਹੈ। ਨੌਲੇਜ ਡੋਮੇਨ ਹੈ, ਜਿਹਦੇ ਵਿੱਚ ਆਪਾਂ ਫਾਈਂਡਿੰਗ ਆਊਟ ਫਾਲਟ ਇਨ ਵਹੀਕਲ ਦੇ ਵਿੱਚ ਕੋਈ ਫਾਲਟ ਆ ਗਿਆ ਜਾਂ ਕੰਪਿਊਟਰ ਦੇ ਵਿੱਚ ਕੋਈ ਫਾਲਟ ਆ ਗਿਆ, ਤਾਂ ਆਪਾਂ ਇੱਕ ਸੌਫਟਵੇਅਰ ਹੀ ਨਾਲ ਪੈਰਲਲ ਰਨ ਕਰ ਦਿੰਦੇ ਹਾਂ, ਸੌਫਟਵੇਅਰ ਦੀ ਆਊਟਪੁੱਟ ਸਹੀ ਜਨਰੇਟ ਹੋ ਰਹੀ ਹੈ, ਮੇਰੇ ਕਰੈਕਟ ਇਨਪੁੱਟ ਕਰੈਕਟ ਹੈ ਤੁਹਾਡਾ ਸਿਸਟਮ। ਅਗਰ ਸੌਫਟਵੇਅਰ ਦੇ ਵਿੱਚ ਕੋਈ ਐਂਟੀਵਾਇਰਸ ਨੌਲੇਜ ਡੋਮੇਨ ਹੈ, ਐਂਟੀਵਾਇਰਸ ਤੁਹਾਡੇ ਫਾਲਟ ਜੱਜ ਕਰ ਲੈਂਦਾ ਹੈ, ਠੀਕ ਹੈ। ਸੇਮ ਐਜ਼ ਇਟ ਇਜ਼ ਤੁਹਾਡੇ ਕੋਲ ਡਿਫਰੈਂਟ ਟਾਈਪ ਆਫ ਵਹੀਕਲ ਦੇ ਵਿੱਚ ਵੀ ਤੁਹਾਡੇ ਕੋਲ ਐਕਸਪਰਟ ਸਿਸਟਮ ਯੂਜ਼ ਕੀਤੇ ਜਾਂਦੇ, ਜਿਹਦੇ ਨਾਲ ਵਹੀਕਲ ਦੀ ਪ੍ਰੋਬਲਮ ਫਾਈਂਡ ਆਊਟ ਹੋ ਜਾਂਦੀ ਹੈ। ਫਾਈਨੈਂਸ ਤੇ ਕਮਰਸ ਦੇ ਵਿੱਚ ਵੀ ਐਕਸਪਰਟ ਸਿਸਟਮ ਯੂਜ਼ ਕਰਦੇ ਹੈਗੇ, ਕਿ ਜਦੋਂ ਆਪਾਂ ਆਪਣੇ ਜਿਹੜਾ ਹੈ ਫਾਈਨੈਂਸ ਨੂੰ ਕਿੱਦਾਂ ਮੈਨੇਜ ਕਰਨਾ ਹੈ, ਕਿੱਦਾਂ ਟ੍ਰਾਂਜੈਕਸ਼ਨ ਕਰਨੀਆਂ ਨੇ, ਕਿੱਦਾਂ ਸਟਾਕ ਮਾਰਕੀਟ, ਕਿਉਂਕਿ ਸਟਾਕ ਮਾਰਕੀਟ ਦੀ ਅਗਰ ਆਪਾਂ ਟ੍ਰੇਡਿੰਗ ਦੀ ਗੱਲ ਕਰੀਏ ਤਾਂ ਸਾਰਿਆਂ ਨੂੰ ਹਿਊਜ ਇਨਫੋਰਮੇਸ਼ਨ ਸੈਕਿੰਡ ਟੂ ਸੈਕਿੰਡ, ਨੈਨੋ ਸੈਕਿੰਡਸ ਦੇ ਵਿੱਚ ਉੱਥੇ ਇਨਫੋਰਮੇਸ਼ਨ ਚੇਂਜ ਹੁੰਦੀ ਹੈ, ਤੇ ਉਹਨੂੰ ਕਿੱਦਾਂ ਸ਼ੈਡਿਊਲ ਕੀਤਾ ਜਾਂਦਾ, ਐਕਸਪਰਟ ਸਿਸਟਮ ਦੇ ਨਾਲ ਹੀ ਸ਼ੈਡਿਊਲ ਕੀਤਾ ਜਾਂਦਾ ਹੈ, ਸੁਪਰ ਕੰਪਿਊਟਰ ਦੇ ਨਾਲ ਸ਼ੈਡਿਊਲ ਕੀਤਾ ਜਾਂਦਾ ਹੈ। ਅਦਰਵਾਈਜ਼ ਇਹ ਮੈਨੇਜ ਕਰਨਾ ਬਹੁਤ ਜ਼ਿਆਦਾ ਔਖਾ ਹੋਇਆਗਾ। 에ਅਰਲਾਈਨ ਸ਼ੈਡਿਊਲਿੰਗ, ਤੁਹਾਡੀ ਕਦੋਂ ਕਿਹੜੀ ਫਲਾਈਟ ਨੇ ਕਿੰਨੇ ਵਜੇ ਚੱਲਣਾ, ਤੇ ਕੰਟਰੋਲਿੰਗ ਨੀਚੋਂ ਹੁੰਦੀ, ਐਕਸਪਰਟ ਸਿਸਟਮ ਵੱਲੋਂ ਕੰਟਰੋਲਿੰਗ ਹੁੰਦੀ ਹੈ, ਉੱਤੇ ਜਾ ਬੈਠਾ ਜਿਹੜਾ ਪਾਇਲਟ ਹੈ ਉਹ ਸੈਕੰਡਰੀ ਪਰਸਨ ਹੈ, ਨੀਚੋਂ ਪ੍ਰਾਇਮਰੀ ਜਿਹੜਾ ਹੈਗਾ ਫਲਾਈਟ ਨੂੰ ਜਿਹੜਾ ਹੈਗਾ ਚਲਾਉਣਾ ਕੰਮ, ਨੀਚੇ ਐਕਸਪਰਟ ਸਿਸਟਮ ਦਾ ਕੰਮ ਹੁੰਦਾ ਹੈ। These all are the application of software system. Thanks for watching. If you have any doubt, then please contact me.